Hello, dear students. Good morning. Today we are going to take a pledge before starting our work. Now let's start. Pledge. I, Satwinder Kaur, committed to be vigilant and bear in mind at all times the risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID prevent behaviors, to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. हाँ जी बच्चों 10th ग्रेड ਤੁਹਾਡਾ ਚੈਪਟਰ ਜਿਹੜਾ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਟਾਰਟਿੰਗ ਦੇ ਵਿੱਚ ਕੀਤਾ ਸੀਗਾ ਪਰਤ ਆਉਣ ਤੱਕ। ਠੀਕ ਹੈ ਬੱਚਿਓ, ਥੋੜੀ ਲੈਂਥੀ ਸਟੋਰੀ ਸੀਗੀ। ਅੱਜ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਇਸ ਸਟੋਰੀ ਬਾਰੇ ਸੇਵੀਏ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਦਿੰਨੀ ਆ। ਦੇਖੋ ਸਾਰਾ ਜਿੱਦਾਂ ਕਿ ਕਹਿੰਦੇ ਦੋ ਮਰਾਸੀਆਂ ਦਾ ਸਟੇਜ ਤੇ ਆਉਣਾ। ਨਾਟਕ ਦੇ ਸ਼ੁਰੂ ਵਿੱਚ ਦੋ ਭੰਡ ਜਾਂ ਮਰਾਸੀ ਜਿਹੜੇ ਹੈਗੇ ਨੇ ਆਪਣੇ ਪਰੰਪਰਾਵਾਦੀ ਕੱਪੜੇ ਪਾ ਕੇ ਸਟੇਜ ਤੇ ਆਉਂਦੇ ਹਨ। ਉਹ ਆਪਸ ਵਿੱਚ ਇੱਕ ਦੂਸਰੇ ਨੂੰ ਭਲਾ ਬੁਰਾ ਕਹਿ ਕੇ ਲੋਕਾਂ ਦਾ ਕੀ ਕਰਦੇ ਨੇ, ਮਨੋਰੰਜਨ ਕਰਦੇ ਹਨ। ਠੀਕ ਹੈ, ਉਹ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੀ ਵੀ ਨਿੰਦਿਆ ਕਰਦੇ ਹਨ। ਉਹ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਸਮਾਜ ਦੇ ਕੀ ਕਰਦੇ ਹਨ, ਵਿਅੰਗ ਕਰਦੇ ਹਨ। ਨੈਕਸਟ ਕੀ ਹੈ, ਦੋ ਕਲਾਕਾਰਾਂ ਦਾ ਆਉਣਾ। ਦੋ ਮਰਾਸੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਤੇ ਦੋ ਕਲਾਕਾਰ ਜੋ ਆਪਣੇ ਆਪ ਨੂੰ ਲੋਕ ਸੰਪਰਕ ਵਾਲੇ ਕਲਾਕਾਰ ਦੱਸਦੇ ਹਨ। ਕਿਹੜੇ ਦੱਸਦੇ ਨੇ ਵੀ ਲੋਕ ਸੰਪਰਕ ਜਿਹੜਾ ਵਿਭਾਗ ਹੈ ਅਸੀਂ ਉਹਦੇ ਕਲਾਕਾਰ ਹਾਂ ਅਤੇ ਉਹ ਕੀ ਕਰਦੇ ਨੇ ਫਿਰ ਸਟੇਜ ਤੇ ਆਉਂਦੇ ਹਨ। ਮਰਾਸੀ ਉਹਨਾਂ ਕਲਾਕਾਰਾਂ ਦੀ ਗੱਲ ਪੈ ਜਾਂਦੇ ਹਨ ਕਿ ਉਹ ਉਹਨਾਂ ਦੀ ਰੋਜ਼ੀ ਰੋਟੀ ਤੇ ਲੱਤ ਮਾਰਨ ਲਈ ਆਏ ਹਨ। ਕਲਾਕਾਰ ਮਰਾਸੀਆਂ ਨੂੰ ਸਮਝਾਉਂਦੇ ਹਨ ਕਿ ਉਹ ਉਹਨਾਂ ਦੀ ਰੋਟੀ ਤੇ ਲੱਤ ਮਾਰਨ ਨਹੀਂ ਆਏ, ਸਗੋਂ ਉਹਨਾਂ ਨੂੰ ਆਪਣੇ ਨਾਲ ਰਲਾਉਣ ਲਈ ਆਏ ਹਨ। ਉਹ ਦੱਸਦੇ ਹਨ ਕਿ ਜਿਸ ਤਰ੍ਹਾਂ ਜ਼ਮਾਨੇ ਦੀਆਂ ਲੋੜਾਂ ਆਵਾਜਾਈ ਦੇ ਸਾਧਨਾਂ ਵਿੱਚ ਤਬਦੀਲੀ ਆ ਰਹੀ ਹੈ, ਉਸੇ ਤਰ੍ਹਾਂ ਇਸ ਕਲਾ ਦੁਨੀਆ ਵਿੱਚ ਵੀ ਤਬਦੀਲੀ ਦਿਨੋ ਦਿਨ ਆ ਰਹੀ ਹੈ। ਠੀਕ ਹੈ, ਮਤਲਬ ਕਿ ਜਿਹੜਾ ਉਹਨਾਂ ਦਾ ਕੰਮਕਾਰ ਆ ਉਹਦੇ ਵਿੱਚ ਕੀ ਆ ਰਹੀ ਹੈ, ਤਬਦੀਲੀ ਆ ਰਹੀ ਹੈ। ਕਲਾਕਾਰ ਨੇ ਆਪਣੀ ਕਲਾ ਦਾ ਪ੍ਰਗਟਾਵਾ ਕਰਨ ਲਈ ਪਿੰਡ ਸ਼ਹਿਰ ਨਾਟਕ ਮੰਡਲੀਆਂ ਕੀ ਆ ਕਹਿੰਦੇ ਬਣਾ ਲਈਆਂ ਹਨ। ਉਹ ਕਲਾਕਾਰ ਮਰਾਸੀਆਂ ਨੂੰ ਆਪਣੀ ਮੰਡਲੀ ਵਿੱਚ ਸ਼ਾਮਲ ਕਰਦੇ ਹਨ ਅਤੇ ਇਹ ਲਾਲਚ ਵੀ ਦਿੰਦੇ ਹਨ ਕਿ ਸਰਕਾਰ ਨੂੰ ਉਹਨਾਂ ਨੂੰ ਕੀ ਦੇਵੇਗੀ, ਦਿਹਾੜੀ ਦੇਵੇਗੀ। ਉਹ ਕਹਿੰਦੇ ਆ ਕਿ ਜਿਹੜਾ ਸਾਰਾ ਕੰਮ ਆ ਹੁਣ ਸਰਕਾਰੀ ਸਿਸਟਮ ਅਕੋਰਡਿੰਗ ਹੀ ਹੋਏਗਾ, ਵੀ ਤੁਸੀਂ ਵੀ ਸਾਡੀ ਮੰਡਲੀ ਵਿੱਚ ਸ਼ਾਮਲ ਹੋ ਜਾਓ। ਜਿਹੜੀ ਤੁਹਾਨੂੰ ਤਨਖਾਹ ਜਾਂ ਪੈਸੇ ਮਿਲਣਗੇ ਉਹ ਸਰਕਾਰ ਵੱਲੋਂ ਹੀ ਤੁਹਾਨੂੰ ਕੀ ਮਿਲੇਗੀ, ਦਿਹਾੜੀ ਮਿਲੇਗੀ। ਕਰਤਾਰੀ ਤੇ ਸੰਤੀ ਦਾ ਝਗੜਾ। ਹੁਣ ਨਾਟਕ ਵਿੱਚ ਪਿੰਡ ਦੇ ਦੋ ਕਿਸਾਨ ਭਰਾਵਾਂ ਦੀ ਕਹਾਣੀ ਨੂੰ ਲੈ ਕੇ ਅੱਗੇ ਤੁਰਦਾ ਹੈ। ਇਹ ਕਹਾਣੀ ਅਤੇ ਸੱਜਣ ਅਤੇ ਸੁੰਦਰ ਦੀ, ਜੋ ਕਿ ਕੀ ਨੇ, ਦੋ ਸਕੇ ਭਰਾ ਨੇ, ਆਪਣੀਆਂ ਤੀਵੀਆਂ ਦੇ ਕਲੇਸ਼ ਤੋਂ ਡਰਦੇ ਮਾਰੇ ਅਲੱਗ-ਅਲੱਗ ਹੋ ਜਾਂਦੇ ਹਨ। ਪਰ ਉਹਨਾਂ ਦਾ ਬੁੱਢਾ ਬਾਪ ਸਭ ਕੁਝ ਵੰਡਾ ਕੇ ਇੱਕ ਨਿੱਕੇ ਜਿਹੇ ਢਾਰੇ ਵਿੱਚ ਕੀ ਹੈ ਕਹਿੰਦੇ ਰਹਿੰਦਾ ਹੈ। ਕਰਤਾਰੀ ਅਤੇ ਸੰਤੀ ਜੋ ਕਿ ਦਰਾਣੀ ਜਠਾਣੀ ਦੀ ਹੋਣ ਦੇ ਨਾਲ ਸਖੀਆਂ ਭੈਣਾਂ ਵੀ ਹਨ, ਫਿਰ ਵੀ ਉਹ ਇੱਕ ਦੂਸਰੇ ਨੂੰ ਵੇਖ ਕੇ ਬਿਲਕੁਲ ਵੀ ਕੀ ਆ ਕਹਿੰਦੇ ਰਾਜੀ ਨਹੀਂ ਹੁੰਦੀਆਂ। ਉਹ ਇੱਕ ਦੂਸਰੀ ਨੂੰ ਤਾਨੇ ਮੇਣੇ ਦਿੰਦੀਆਂ ਸਟੇਜ ਤੇ ਆਉਂਦੀਆਂ ਹਨ, ਖੂਬ ਗਾਲਾਂ ਕੱਢਦੀਆਂ ਹਨ, ਦੋਵੇਂ ਹੱਥੋਂ ਪਾਈ ਹੋਣ ਲਈ ਵੀ ਤਿਆਰ ਹੋ ਜਾਂਦੀਆਂ ਨੇ। ਇਹ ਬਜ਼ੁਰਗ ਆਪਣੇ ਧੌਲੀ ਦਾੜੀ ਦਾ ਵਾਸਤਾ ਦੇ ਕੇ ਉਹਨਾਂ ਨੂੰ ਚੁੱਪ ਹੋਣ ਲਈ ਕਹਿੰਦਾ ਹੈ। ਤੇ ਬੁੜਾ ਕੀ ਕਹਿੰਦਾ ਹੈ ਕਿ ਤੁਸੀਂ ਇੱਕ ਘਰ ਵਿੱਚ ਰਹਿ ਕੇ ਹੀ ਲੜਦੀ ਹੋ। ਉਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਪਸ ਵਿੱਚ ਲੜੋ ਨਾ, ਕਮ ਸੇ ਕਮ ਮੈਂ ਇੱਕ ਬੁੱਢਾ ਬਜ਼ੁਰਗ ਹਾਂ, ਤੁਹਾਡੇ ਬਾਪ ਸਮਾਨ ਹਾਂ, ਤੁਸੀਂ ਮੇਰੀ ਜਿਹੜੀ ਚਿੱਟੀ ਦਾੜੀ ਹੈ, ਧੌਲੀ ਦਾੜੀ ਮਤਲਬ ਕਿ ਚਿੱਟੀ ਦਾੜੀ ਦਾ ਤਾਂ ਥੋੜਾ ਲਿਹਾਜ਼ ਕਰੋ। ਨੈਕਸਟ ਕੀ ਹੈ, ਕਰਤਾਰੀ ਤੇ ਸੰਤੀ ਦਾ ਆਪਣੇ ਘਰ ਵਾਲਿਆਂ ਨੂੰ ਕੀ ਆ ਚੱਕ ਥਲ ਕਰਨਾ। ਪਹਿਲਾ ਕਰਤਾਰੀ ਆਪਣੇ ਪਤੀ ਸੱਜਣ ਨੂੰ ਕਹਿੰਦੀ ਹੈ ਕਿ ਉਹ ਕਲੇਸ਼ ਤੋਂ ਤੰਗ ਆ ਚੁੱਕੀ ਹੈ। ਉਹ ਆਪਣੇ ਸੰਤੀ, ਠੀਕ ਹੈ, ਉਹ ਉਸ ਸਾਹਮਣੇ ਸੰਤੀ ਨੂੰ ਕੀ ਆ ਕਹਿੰਦੇ ਖੂਬ ਭੰਡਦੀ ਹੈ। ਪਰ ਸੱਜਣ ਕਿਉਂਕਿ ਸਿਆਣਾ ਬੰਦਾ ਹੈ, ਉਲਟਾ ਉਸ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਕੀ ਹੈ ਰੋਕਦਾ, ਭਾਵ ਵਰਜਦਾ ਹੈ। ਉਹ ਸੰਤੀ ਕਰਤਾਰੀ ਦੇ ਖਿਲਾਫ ਆਪਣੇ ਪਤੀ ਸੁੰਦਰ ਅੱਗੇ ਰੋਣਾ ਰੋਂਦੀ ਹੈ। ਸੁੰਦਰ ਵੀ ਸਿਆਣਾ ਹੋਣ ਕਰਕੇ ਉਸ ਨੂੰ ਚੁੱਪ ਕਰਵਾਉਂਦਾ। ਮਤਲਬ ਕਿ ਦੋਨੋਂ ਘਰ ਵਾਲੀਆਂ ਜਦੋਂ ਆਪਸ ਵਿੱਚ ਲੜਦੀਆਂ ਨੇ, ਉਹ ਇੱਕ ਤਾਂ ਭੈਣਾਂ ਨੇ ਸਖੀਆਂ, ਫਿਰ ਵਿਆਹ ਤੋਂ ਬਾਅਦ ਦਰਾਣੀਆਂ ਜਠਾਣੀਆਂ ਬਣ ਜਾਂਦੀਆਂ ਨੇ, ਇੱਕ ਦੂਜੇ ਨਾਲ ਲੜਦੀਆਂ ਰਹਿੰਦੀਆਂ ਨੇ, ਆਪਣੇ ਘਰ ਵਾਲਿਆਂ ਕੋਲ ਦੂਸਰੇ ਦੀ ਸ਼ਿਕਾਇਤ ਲਾਉਂਦੀਆਂ ਨੇ, ਪਰੰਤੂ ਉਹਨਾਂ ਦੇ ਘਰ ਵਾਲੇ ਕੀ ਕਰਦੇ ਨੇ, ਚੁੱਪ ਹੋ ਜਾਂਦੇ ਨੇ ਤੇ ਉਹਨਾਂ ਨੂੰ ਸ਼ਾਂਤ ਹੋਣ ਲਈ ਕਹਿੰਦੇ ਹਨ। ਸਾਰੇ ਪਿੰਡ ਵਿੱਚ ਬਦਨਾਮੀ ਖੱਟਣ ਵਾਲਾ ਕੰਮ ਨਾ ਕਰੇ, ਉਹਨਾਂ ਦੇ ਘਰ ਵਾਲੇ ਕਹਿੰਦੇ ਹਨ। ਸੱਜਣ ਅਤੇ ਸੁੰਦਰ ਦੋਹਾਂ ਔਰਤਾਂ ਨੂੰ ਖੇਤਾਂ ਵਿੱਚ ਸਮੇਂ ਸਿਰ ਰੋਟੀ ਪਹੁੰਚਾਉਣ ਲਈ ਕਹਿ ਕੇ ਖੇਤ ਚਲੇ ਜਾਂਦੇ ਹਨ। ਫਿਰ ਅੱਗੇ ਆਉਂਦਾ ਦੀਪੇ ਤੇ ਜ਼ਿੰਦੇ ਦੀ ਵਾਰਤਾਲਾਪ।
ਜਿੰਦਾ ਸੁੰਦਰ ਦਾ ਮੁੰਡਾ ਹੈ, ਦੀਪਾ ਕਿਹਦਾ ਮੁੰਡਾ ਹੈ? ਸੱਜਣ ਦਾ ਮੁੰਡਾ ਹੈ। ਦੋਵੇਂ ਜਣੇ ਕਾਲਜ ਵਿੱਚ ਪੜ੍ਹਦੇ ਹਨ। ਉਹ ਘਰ ਦੇ ਇਸ ਕਲੇਸ਼ ਭਰੇ ਮਾਹੌਲ ਤੋਂ ਕੀ ਆ ਬਹੁਤ ਹੀ ਤੰਗ ਰਹਿੰਦੇ ਹਨ। ਜਦੋਂ ਉਹਨਾਂ ਦੀਆਂ ਮਾਵਾਂ ਖੇਤਾਂ ਨੂੰ ਰੋਟੀ ਲੈ ਕੇ ਜਾਂਦੀਆਂ ਹਨ ਤਾਂ ਉਹ ਇਕੱਠੇ ਬੈਠ ਕੇ ਆਪਣੇ ਦਾਦੇ ਕੋਲ ਜਾ ਕੇ ਚਾਹ ਪੀਂਦੇ ਨੇ। ਠੀਕ ਹੈ, ਉਹਨਾਂ ਦੇ ਦੋਨੋਂ ਮੁੰਡੇ ਨੇ ਤੇ ਉਹ ਬਹੁਤ ਪਿਆਰ ਮੁਹੱਬਤ ਨਾਲ ਆਪਸ ਵਿੱਚ ਰਲ ਕੇ ਰਹਿੰਦੇ ਨੇ। ਠੀਕ ਹੈ, ਉਹਨਾਂ ਦੀਆਂ ਜਿਹੜੀਆਂ ਮਾਵਾਂ ਨੇ ਖੇਤਾਂ ਨੂੰ ਰੋਟੀ ਲੈ ਕੇ ਚੱਲੀਆਂ ਜਾਂਦੀਆਂ ਹਨ ਤੇ ਮਗਰੋਂ ਫਿਰ ਉਹ ਕੀ ਕਰਦੇ ਨੇ ਬੱਚਿਓ, ਆਪਣੇ ਦਾਦੇ ਕੋਲ ਬਹਿ ਕੇ ਕੀ ਕਰਦੇ ਨੇ? ਚਾਹ ਪੀਂਦੇ ਨੇ। ਦੋਵੇਂ ਜਣੇ ਆਪਣੀਆਂ ਮਾਵਾਂ ਦੇ ਸੁਭਾਅ ਤੇ ਖੁੱਲ੍ਹ ਕੇ ਟਕੋਰਾਂ ਕਰਦੇ ਹਨ। ਜਿੰਦਾ ਆਪਣੇ ਦਾਦਾ ਜੀ ਨੂੰ ਕਹਿੰਦਾ ਹੈ, ਮਖਾ ਬਾਬਾ ਜੀ ਆ ਜੋ ਬਾਹਰ ਫੌਜਾਂ ਸਿਵਰਾ ਮੇ ਗਈ ਹੋਈ ਹੈ, ਮੈਦਾਨੇ ਜੰਗ ਸ਼ਾਂਤ ਹੈ। ਸਾਰੇ ਇਹ ਗੱਲ ਸੁਣ ਕੇ ਖੁੱਲ੍ਹ ਕੇ ਹੱਸਦੇ ਹਨ। ਠੀਕ ਹੈ, ਜਿੰਦਾ ਆਪਣੇ ਦਾਦੇ ਨੂੰ ਕੀ ਕਹਿੰਦਾ? ਹਾਸੇ ਮਜ਼ਾਕ ਵਿੱਚ ਕਹਿੰਦਾ ਕਿ ਮੇਰੀ ਮਾਤਾ ਹੁਣ ਜਿਹੜੀ ਘਰ ਨਹੀਂ ਹੈਗੀ, ਮੈਦਾਨੇ ਜਿਹੜੀ ਜੰਗ ਹੈ, ਕਹਿੰਦਾ ਹੁਣ ਕੀ ਹੈ? ਸ਼ਾਂਤ ਹੈ। ਸੰਤੀ ਤੇ ਕਰਤਾਰੀ ਦੇ ਫਿਰ ਕਲੇਸ਼ ਹੋਣਾ। ਦੋਹਾਂ ਦਰਾਣੀ ਜਠਾਣੀ ਦੇ ਘਰ ਆਮੋ ਸਾਹਮਣੇ ਸਨ, ਇਸ ਲਈ ਉਹਨਾਂ ਨੂੰ ਇੱਕ ਦੂਜੇ ਦੀ ਹਰਕਤ ਦਾ ਪਤਾ ਲੱਗਦਾ ਰਹਿੰਦਾ ਹੈ। ਦੋਵੇਂ ਇੱਕ ਦੂਸਰੀ ਨਾਲ ਆੜਾ ਲਾਉਣ ਲਈ ਹਮੇਸ਼ਾ ਹੀ ਤਿਆਰ ਰਹਿੰਦੀਆਂ ਨੇ, ਭਾਵ ਕੇ ਲੜਨ ਲਈ ਜਾਂ ਟੱਕਰ ਲੈਣ ਲਈ। ਕਰਤਾਰੀ ਆਪਣੇ ਚੁੱਲ੍ਹੇ ਅੱਗੇ ਬੈਠੀ ਸੰਤੀ ਦੇ ਖਿਲਾਫ ਕੁਝ ਬੁੜਬੁੜ ਕਰ ਰਹੀ ਹੁੰਦੀ ਹੈ। ਸੰਤੀ ਇੱਕਦਮ ਤਰਬਕ ਪੈਂਦੀ ਹੈ ਤੇ ਲੜਨ ਲਈ ਕੀ ਹੋ ਜਾਂਦੀ ਹੈ? ਸ਼ੇਰ ਹੋ ਜਾਂਦੀ ਹੈ। ਦੋਵਾਂ ਦੀ ਆਪਸ ਵਿੱਚ ਜੰਮ ਕੇ ਲੜਾਈ ਹੁੰਦੀ ਹੈ। ਸੱਜਣ ਤੇ ਸੁੰਦਰ ਦੋਨੋਂ ਜਿਹੜੇ ਭਰਾ ਨੇ ਘਰ ਆ ਕੇ ਉਹਨਾਂ ਨੂੰ ਕੀ ਕਰਦੇ ਨੇ? ਹਟਾਉਂਦੇ ਰਹਿੰਦੇ ਨੇ। ਮਤਲਬ ਕਿ ਹਮੇਸ਼ਾ ਹੀ ਉਹ ਲੜਦੀਆਂ ਰਹਿੰਦੀਆਂ ਨੇ, ਕਦੇ ਵੀ ਇੱਕ ਘੜੀ ਸ਼ਾਂਤ ਮਾਹੌਲ ਨਾਲ ਨਹੀਂ ਰਹਿੰਦੀਆਂ। ਬਜ਼ੁਰਗ ਦਾ ਉਹਨਾਂ ਦੀ ਨਿੱਤ ਦੀ ਲੜਾਈ ਤੋਂ ਬਹੁਤ ਦੁਖੀ ਹੋਣਾ। ਫਿਰ ਅੱਗੇ ਕੀ ਹੁੰਦਾ ਹੈ? ਕਹਿੰਦੇ ਘਰ ਦਾ ਬਜ਼ੁਰਗ ਆਪਣੇ ਪੁੱਤਰਾਂ ਨੂੰ ਸਭ ਕੁਝ ਵੰਡ ਵਡਾ ਕੇ ਦੁਖੀ ਰਹਿੰਦਾ ਹੈ। ਉਹ ਜ਼ਿੰਦੇ ਤੇ ਦੀਪੇ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਉਸਨੇ ਫੂਹੀ ਕਰਕੇ, ਭਾਵ ਕਿ ਸਖਤ ਮਿਹਨਤ ਕਰਕੇ ਘਰ ਨੂੰ ਬੰਨਿਆ ਸੀ, ਨਾ ਕਦੇ ਚੱਜ ਦਾ ਖਾਦਾ ਤੇ ਨਾ ਹੰਡਾਇਆ ਸੀ, ਭਾਵ ਕਿ ਨਾ ਉਹਨੇ ਚੱਜ ਦਾ ਕਦੇ ਖਾਦਾ ਸੀ ਤੇ ਨਾ ਹੀ ਕੁਝ ਕਦੇ ਚੱਜ ਦਾ ਪਹਿਨਿਆ ਸੀ। ਬਸ ਇਹੀ ਸੋਚ ਰਹੀ ਹੈ ਕਿ ਉਸਦੇ ਪੁੱਤਰ ਸੁੰਦਰ ਅਤੇ ਸੱਜਣ ਕਦੇ ਦੁਖੀ ਨਾ ਹੋਣ। ਪਰ ਆ ਨਿੱਤ ਦਾ ਕਲੇਸ਼ ਵੇਖ ਕੇ ਉਹ ਬਹੁਤ ਹੀ ਜ਼ਿਆਦਾ ਦੁਖੀ ਹੈ। ਜਿੰਦਾ ਤੇ ਦੀਪਾ ਬਾਬੇ ਨੂੰ ਹੌਸਲਾ ਦਿੰਦੇ ਹਨ। ਤਿੰਨੇ ਜਾਣੇ ਬੈਠ ਕੇ ਕੋਈ ਫਿਰ ਸਕੀਮ ਘੜਦੇ ਨੇ, ਕੁਝ ਸੋਚਦੇ ਨੇ ਕਿ ਇਸ ਪ੍ਰੋਬਲਮ ਦਾ ਸੋਲੂਸ਼ਨ ਕਿੱਦਾਂ ਹੋ ਸਕੇ। ਕਰਤਾਰੀ ਦਾ ਸੱਜਣ ਨੂੰ ਖੇਤਾਂ ਵਿੱਚ ਘਰ ਪਾਉਣ ਲਈ ਕਹਿੰਦਾ। ਜਦੋਂ ਸੱਜਣ ਚੁੱਲ੍ਹੇ ਮੂਹਰੇ ਬੈਠਾ ਰੋਟੀ ਖਾ ਰਿਹਾ ਸੀ, ਕਰਤਾਰੀ ਉਸ ਨੂੰ ਕਹਿੰਦੀ ਹੈ ਕਿ ਉਹ ਖੇਤਾਂ ਵਿੱਚ ਘਰ ਪਾ ਲਵੇ। ਇਹ ਮਾਹੌਲ ਵਿੱਚ ਉਸ ਕੋਲੋਂ ਨਹੀਂ ਰਹਿ ਜਾਂਦਾ। ਸੱਜਣ ਉਸ ਨੂੰ ਸਮਝਾਉਂਦਾ ਹੈ ਕਿ ਉਹ ਆਪਣੇ ਪਿਓ ਦਾਦੇ ਦਾ ਘਰ ਛੱਡ ਕੇ ਜੰਗਲ ਵਿੱਚ ਜਾ ਕੇ ਨਹੀਂ ਵਸੇਗਾ। ਸੱਜਣ ਸਿੰਘ ਨੂੰ ਇਹ ਪਤਾ ਸੀ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਜਿਹੜੀ ਧੂ ਘੜੀਸ ਤਾਂ ਪਹਿਲਾਂ ਖੇਤਾਂ ਵਾਲਿਆਂ ਦੀ ਹੀ ਹੁੰਦੀ ਹੈ, ਉੱਥੇ ਫਾਰਮ ਹਾਊਸ ਬਣਾ ਕੇ ਬਹਿੰਦੇ ਹਨ। ਕਹਿੰਦੇ ਜਦੋਂ ਵੀ ਲੜਾਈ ਹੁੰਦੀ, ਲੜਾਈ ਦਾ ਟਾਈਮ ਸੀ, ਕਹਿੰਦੇ ਜੇ ਹੁਣ ਅਸੀਂ ਛੱਡ ਕੇ ਖੇਤਾਂ ਵਿੱਚ ਘਰ ਪਾਵਾਂਗੇ, ਕਹਿੰਦਾ ਪਿੰਡ ਵਿੱਚ ਤਾਂ ਸਾਡੀ ਬੱਚਤ ਵੀ ਹੋ ਜਾਏਗੀ, ਪਰੰਤੂ ਜੇ ਅਸੀਂ ਕਿਤੇ ਬਾਹਰ ਘਰ ਪਾਵਾਂਗੇ, ਕਹਿੰਦਾ ਸਭ ਤੋਂ ਵੱਧ ਨੁਕਸਾਨ ਵੀ ਸਾਨੂੰ ਹੀ ਹੋਵੇਗਾ। ਸੰਤੀ ਦਾ ਸੁੰਦਰ ਨੂੰ ਸ਼ਹਿਰ ਲਈ ਕਹਿਣਾ। ਜਿਹੜੀ ਕਰਤਾਰੀ ਹੈ ਉਹ ਆਪਣੇ ਘਰ ਵਾਲੇ ਸੱਜਣ ਸਿੰਘ ਨੂੰ ਕੀ ਕਹਿੰਦੀ ਹੈ ਕਿ ਖੇਤਾਂ ਵਿੱਚ ਘਰ ਭਰ ਕੇ ਰਹਿਣਾ ਆ। ਜਿਹੜੀ ਸੰਤੀ ਆ ਉਹ ਆਪਣੇ ਪਤੀ ਸੁੰਦਰ ਨੂੰ ਕੀ ਕਹਿੰਦੀ ਹੈ ਕਿ ਮੈਂ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾ। ਉਧਰ ਸੰਤੀ ਆਪਣੇ ਘਰ ਵਾਲੇ ਸੁੰਦਰ ਨੂੰ ਕਹਿ ਰਹੀ ਹੈ ਕਿ ਉਹ ਪਿੰਡ ਛੱਡ ਕੇ ਸ਼ਹਿਰ ਨੂੰ ਚਲੇ। ਉਹ ਫਿਰ ਉੱਥੇ ਤਾਂ ਡੈਰੀ ਫਾਰਮ ਖੋਲਣ ਦੀ ਵੀ ਸਲਾਹ ਵੀ ਉਸ ਨੂੰ ਦਿੰਦੀ ਹੈ, ਪਰ ਜਿੰਦਾ ਦੱਸਦਾ ਹੈ ਕਿ ਡੈਰੀ ਸ਼ਹਿਰ ਤੋਂ ਬਾਹਰ ਕੱਢ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਤਾਂ 10-10 ਮੀਲ ਤੱਕ ਕੋਈ ਵੀ ਪਸ਼ੂ ਨਹੀਂ ਵੜਨ ਦਿੱਤਾ ਜਾਂਦਾ। ਵੀ ਮਤਲਬ ਕਿ ਇਹ ਕੰਮ ਜਿਹੜਾ ਹੈਗਾ ਪਿੰਡਾਂ ਵਿੱਚ ਹੀ ਜ਼ਿਆਦਾ ਸੱਜਦਾ, ਨਾ ਕਿ ਸ਼ਹਿਰਾਂ ਦੇ ਵਿੱਚ। ਹਾਂਜੀ, ਫਿਰ ਨੈਕਸਟ ਅੱਗੇ ਕੀ ਹੈ? ਬਜ਼ੁਰਗ ਦਾ ਢਿੱਲੇ ਮੱਥੇ ਹੋਣਾ। ਸੱਜਣ ਬਜ਼ੁਰਗ ਦੇ ਢਾਰੇ ਵਿੱਚੋਂ ਬਾਹਰ ਨਿਕਲਦਾ ਹੋਇਆ ਕਰਤਾਰੀ ਨੂੰ ਕਹਿੰਦਾ ਹੈ ਕਿ ਅੱਜ ਬਜ਼ੁਰਗ ਬਹੁਤ ਢਿੱਲਾ ਮੱਠਾ ਹੈ, ਉਹ ਚਾਹ ਵਗੈਰਾ ਉਸ ਨੂੰ ਦੇ ਆਵੇ। ਉਧਰ ਸੁੰਦਰ ਵੀ ਸੰਤੀ ਨੂੰ ਅਜਿਹਾ ਹੀ ਕੁਛ ਕਹਿੰਦਾ ਹੈ। ਫਿਰ ਦੋਨੋਂ ਘਰ ਵਾਲੇ ਆਪਣੀ ਘਰ ਵਾਲੀ ਨੂੰ ਕਹਿੰਦੇ ਨੇ ਕਿ ਬਾਬਾ ਜੀ ਬਿਮਾਰ ਨੇ, ਜਾ ਕੇ ਤੁਸੀਂ ਉਹਨਾਂ ਦੀ ਖਬਰਸਾਰ ਪੁੱਛੋ ਤੇ ਉਹਨਾਂ ਨੂੰ ਚਾਹ ਪਾਣੀ ਵੀ ਦੇ ਕੇ ਆਓ। ਬਜ਼ੁਰਗ ਦਾ ਆਪਣੇ ਮੰਜੇ ਨੂੰ ਦੋਹਾਂ ਘਰਾਂ ਦੇ ਵਿਚਕਾਰ ਢਾ ਕੇ ਬੈਠ ਜਾਣਾ, ਲੰਬੇ ਪੈ ਜਾਣਾ। ਦੂਸਰੇ ਦਿਨ ਬਜ਼ੁਰਗ ਸਵੇਰੇ ਹੀ ਆਪਣਾ ਮੰਜਾ ਦੋਹਾਂ ਘਰਾਂ ਦੇ ਵਿਚਕਾਰ ਢਾ ਕੇ ਕੀ ਹੈ ਲੰਬਾ ਪੈ ਜਾਂਦਾ ਹੈ। ਸੁੰਦਰ ਅਤੇ ਸੱਜਣ ਬਾਪੂ ਨੂੰ ਅੰਦਰ ਜਾਣ ਲਈ ਬਥੇਰਾ ਮਨਾਉਂਦੇ ਹਨ, ਪਰ ਬਾਪੂ ਨਹੀਂ ਮੰਨਦਾ। ਫਿਰ ਉਹ ਕਹਿੰਦੇ ਨੇ ਕਿ ਬਾਪੂ ਜੀ ਤੁਸੀਂ ਬਿਮਾਰ ਹੋ, ਤੁਸੀਂ ਬਾਹਰ ਕਿਉਂ, ਤੁਸੀਂ ਅੰਦਰ ਪਾਓ। ਜਦੋਂ ਸੱਜਣ ਬਾਪੂ ਨੂੰ ਕਹਿੰਦਾ ਹੈ ਕਿ ਤੈਨੂੰ ਅਸੀਂ ਇਕੱਲੇ ਨੂੰ ਕਿਵੇਂ ਛੱਡ ਦਈਏ, ਬਾਪੂ ਬੜੇ ਜੋਸ਼ ਨਾਲ ਕਹਿੰਦਾ ਹੈ ਕਿ ਉਹ ਅੱਜ ਇਕੱਲਾ ਨਹੀਂ ਹੋਇਆ, ਉਹ ਤਾਂ ਉਦੋਂ ਦਾ ਇਕੱਲਾ ਹੋ ਗਿਆ ਸੀ ਜਦੋਂ ਦਾ ਵੰਡ ਵੰਡਈਆ ਹੋਇਆ ਸੀ। ਉਹ ਕੀ ਫੀਲ ਕਰਦਾ? ਕਹਿੰਦਾ ਜਦੋਂ ਦਾ ਤੁਸੀਂ ਘਰ ਦੀਆਂ ਵੱਡੀਆਂ ਪਾਈਆਂ ਨੇ, ਮੈਂ ਤਾਂ ਉਦੋਂ ਦਾ ਹੀ ਇਕੱਲਾ ਰਹਿੰਦਾ। ਘਰ ਵਰਗਾ ਤਾਂ ਕਹਿੰਦਾ ਮੈਨੂੰ ਕਦੇ ਵੀ ਸਵਾਦ ਨਹੀਂ ਆਇਆ, ਕਦੇ ਫੀਲ ਨਹੀਂ ਹੋਇਆ। ਜਿੰਦਾ ਤੇ ਦੀਪਾ ਸੁੰਦਰ ਤੇ ਸੱਜਣ ਨੂੰ ਕਹਿੰਦੇ ਹਨ ਕਿ ਬਾਪੂ ਨੇ ਹਾਲੇ ਤੱਕ ਇਸ ਘਰ ਦੇ ਟੋਟੇ ਨਹੀਂ ਮੰਨੇ ਅਤੇ
ਤਾਂ ਹੀ ਇੰਨੇ ਸਾਲਾਂ ਤੋਂ ਇਕੱਲਾ ਆਪਣੇ ਢਾਰੇ ਵਿੱਚ ਬੈਠਾ ਹੈ। ਉਹ ਆਪਣੀਆਂ ਮਾਵਾਂ ਨੂੰ ਵੀ ਕਹਿੰਦੇ ਹਨ ਕਿ ਉਹਨਾਂ ਦੇ ਕਲੇਸ਼ ਨੇ ਹੀ ਇਹ ਸਾਰੀਆਂ ਵੱਡੀਆਂ ਪਵਾਈਆਂ ਨੇ। ਉਹ ਹਾਲੇ ਵੀ ਉਹਨਾਂ ਨੂੰ ਜ਼ਿੱਦ ਛੱਡਣ ਲਈ ਕਹਿੰਦੇ ਹਨ। ਦੋਵੇਂ ਜਣੀਆਂ ਬਹੁਤ ਜ਼ਿਆਦਾ ਫਿਰ ਸ਼ਰਮਿੰਦਾ ਹੁੰਦੀਆਂ ਨੇ। ਉਹਨਾਂ ਦੀਆਂ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੀਆਂ ਮਾਵਾਂ ਦੇ ਬਦਲਦੇ ਹੋਏ ਰਵੱਈਏ ਨੂੰ ਵੇਖ ਕੇ ਦੀਪੇ ਤੇ ਜ਼ਿੰਦੇ ਕਈਆਂ ਫੜ ਕੇ ਕੰਧੋਲੀਆਂ ਢਾਉਣੀਆਂ ਸ਼ੁਰੂ ਕਰ ਦਿੰਦੇ ਨੇ। ਭਾਵ ਕਿ ਜਿਹੜੀ ਕੰਧ ਕੀਤੀ ਹੁੰਦੀ ਆ ਉਹਨੂੰ ਢਾਉਣਾ ਸ਼ੁਰੂ ਕਰ ਦਿੰਦੇ ਨੇ। ਉਹ ਇੱਕ ਦੂਸਰੀ ਵੱਲ ਵੇਖ ਕੇ ਬਹੁਤ ਹੀ ਖੁਸ਼ ਹੁੰਦੀਆਂ ਹਨ, ਮੁਸਕਰਾਉਂਦੀਆਂ। ਇਸ ਤਰ੍ਹਾਂ ਉਹ ਆਪਣੇ ਸਾਂਝੇ ਘਰ ਵਿੱਚ ਦੁਬਾਰਾ ਤੋਂ ਕੀਏ ਪਰਤ ਆਉਂਦੀਆਂ ਹਨ। ਇਹ ਸੀਗਾ ਬੱਚੋ ਤੁਹਾਡਾ ਚੈਪਟਰ, ਜਿਹੜਾ ਕਿ ਹੁਣ ਆਪਾਂ ਨੈਕਸਟ ਕਿਹੜਾ ਕਰਨਾ ਆ, ਨੈਕਸਟ ਏਵੀ ਦੇ ਵਿੱਚ ਕਰਾਂਗੇ। ਇਹਦੇ ਵਿੱਚ ਥੋੜਾ ਜਿਹਾ ਪੜ੍ਹ ਲੈਂਦੇ ਆ, ਬਾਕੀ ਸਭ ਸੁੱਖ ਸਾਥ ਹੈ। ਜਿਹਨੂੰ ਸ਼੍ਰੀ ਮੋਹਰ ਭੰਡਾਰੀ ਨੇ ਲਿਖਿਆ ਹੈ। ਇਹਦੀ ਸਟਾਰਟਿੰਗ ਕਿੱਥੋਂ ਹੁੰਦੀ ਹੈ? ਕਹਿੰਦੇ ਮੋਹਨ ਸਿੰਘ ਪੜ੍ਹਿਆ ਲਿਖਿਆ ਮੁੰਡਾ। ਮੋਹਨ ਸਿੰਘ ਬਾਰੇ ਹੀ ਇਸ ਸਟੋਰੀ ਦੇ ਵਿੱਚ ਗੱਲ ਹੁੰਦੀ ਏ। ਬਹੁਤ ਵਧੀਆ ਸਟੋਰੀ ਏ, ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਤੇ ਸਮਝਣਾ, ਕਿਉਂਕਿ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰ ਲੈਂਦੇ ਹੋ ਤਾਂ ਤੁਹਾਨੂੰ ਅੱਗੇ ਕੁਐਸਚਨਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਮੋਹਨ ਇੱਕ ਪੜ੍ਹਿਆ ਲਿਖਿਆ ਮੁੰਡਾ। ਇਸ ਕਹਾਣੀ ਦਾ ਜਿਹੜਾ ਮੁੱਖ ਪਾਤਰ ਮੋਹਨ ਸਿੰਘ ਆਪਣੇ ਪਿੰਡ ਵਿੱਚ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ, ਜਿਸ ਕੋਲੋਂ ਸਾਰੇ ਪਿੰਡ ਦੇ ਲੋਕ ਕੀ ਕਰਦੇ ਨੇ, ਚਿੱਠੀਆਂ ਲਿਖਵਾਉਂਦੇ ਸਨ। ਜੇਕਰ ਕਿਸੇ ਨੂੰ ਨਾ ਕਰ ਦਿੰਦਾ ਸੀ ਤਾਂ ਉਹ ਨਾਰਾਜ਼ ਹੋ ਜਾਂਦਾ ਹੈ। ਉਹ 5ਵੀਂ ਤੋਂ 10ਵੀਂ ਜਮਾਤ ਤੱਕ ਲਗਾਤਾਰ ਪਿੰਡ ਵਾਲਿਆਂ ਦੀਆਂ ਚਿੱਠੀਆਂ ਹੀ ਲਿਖਦਾ ਆ ਰਿਹਾ ਹੈ। ਉਹ ਮੂੰਹੋਂ ਦੱਸਦਾ ਹੈ ਕਿ ਉਹ ਚਿੱਠੀਆਂ ਲਿਖਦਾ ਲਿਖਦਾ ਕੀ ਇਹ ਅੱਕ ਗਿਆ ਹੈ। ਮਤਲਬ ਕਿ ਉਹ ਪੜ੍ਹਿਆ ਲਿਖਿਆ, ਕਿਸੇ ਨੂੰ ਮਨਾ ਨਹੀਂ ਕਰਦਾ, ਹਰ ਇੱਕ ਦੀ ਹੈਲਪ ਕਰਦਾ, ਹਰ ਇੱਕ ਲਈ ਚਿੱਠੀਆਂ ਲਿਖਦਾ, ਪਰੰਤੂ ਉਹ ਚਿੱਠੀਆਂ ਲਿਖ ਲਿਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਦੁਖੀ ਹੋਇਆ। ਕਿਉਂ ਦੁਖੀ ਹੋਇਆ? ਹੋ ਸਕਦਾ ਵੀ ਸ਼ਾਇਦ ਲੋਕ ਉਹਦੇ ਵਿੱਚ ਚੰਗੀਆਂ ਗੱਲਾਂ ਨਾ ਲਿਖਵਾਉਂਦੇ ਹੋਣ, ਮਾੜੀਆਂ ਗੱਲਾਂ ਹੀ ਲਿਖਵਾਉਂਦੇ ਹੋਣ। ਠੀਕ ਹੈ, ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਲਿਖਣਾ। ਪਿੰਡ ਦੇ ਵੱਡੇ ਛੋਟੀਆਂ, ਕੁੜੀਆਂ ਬੁੱਢੀਆਂ ਸਭ ਦੀਆਂ ਚਿੱਠੀਆਂ ਲਿਖਦਾ ਹੈ। ਉਹ ਕੁੜੀਆਂ ਦੇ ਦੋਹੇ ਟੀਚਰਾਂ ਆਦਿ ਜੋੜ ਜੋੜ ਕੇ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਨੇ ਉਹ ਤੋਂ। ਜਦ ਕਿ ਉਹਨਾਂ ਨੂੰ ਪਤਾ ਹੈ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ, ਪਰ ਛਾਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਟ ਕੇ ਕੀਆ ਕਹਿੰਦੀਆਂ ਹਾਂ, ਚਿੱਠੀ ਲਿਖਦੀ ਹਾਂ, ਖੂਨ ਨਾ ਸਿਆਹੀ ਨਾ ਸਮਝਣਾ, ਮਰ ਗਈ ਹਾਂ ਤੇਰੀ ਯਾਦ ਵਿੱਚ ਜਿਉਂਦੀ ਨਾ ਸਮਝਣਾ। ਭਾਵ ਕਿ ਇਦਾਂ ਦੇ ਟੋਟ ਕੇ ਲਿਖਵਾਉਂਦੀਆਂ। ਫਿਰ ਮੋਹਨ ਸਿੰਘ ਨੂੰ ਡਿੱਕਣਾ ਪੈਂਦਾ ਹੈ ਕਿ ਉਹ ਆਪਣੀ ਸਮਾਧੀ ਤੋੜ ਕੇ ਅਗਲੀ ਗੱਲ ਲਿਖਵਾਉਣਗੀਆਂ ਤੇ ਅੱਗੋਂ ਲਿਖਵਾਉਂਦੀਆਂ ਹਨ। ਇਹਨਾਂ ਪਰਦੇਸੀਆਂ ਤੇ ਨਾ ਕਰਨਾ ਇਤਵਾਰ ਲੋਕੋ, ਇਹ ਰੱਸੀ ਦਾ ਸੱਪ ਬਣਾ ਦਿੰਦੇ। ਠੀਕ ਹੈ, ਚਲੋ ਬਾਕੀ ਬੱਚੋ ਆਪਾਂ ਸਟੋਰੀ ਜਿਹੜੀ ਹੈਗੀ ਆ ਨੈਕਸਟ ਏਵੀ ਦੇ ਵਿੱਚ ਕਰਾਂਗੇ। ਥੈਂਕਸ, ਹੈਵ ਅ ਨਾਈਸ ਡੇ।